ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਕੋਵਿਡ ਤੇ ਬਲੈਕ ਫੰਗਸ ਇਸ ਸਮੇਂ ਦੋ ਮਹਾਮਾਰੀਆਂ ਸਭ ਤੋਂ ਵੱਡੀ ਚੁਣੌਤੀ ਹਰ ਕਿਸੇ ਦੇ ਲਈ ਨੇ। ਕੋਵਿਡ ਅਤੇ ਬਲੈਕ ਫੰਗਸ ਨੂੰ ਲੈ ਕੇ ਪੰਜਾਬ ਦੇ ਵਿੱਚ ਮੌਜੂਦਾ ਸਥਿਤੀ ਕੀ ਹੈ, ਗਰਾਊਂਡ ਲੈਵਲ ਦੇ ਉੱਤੇ ਇਸ ਸਮੇਂ ਸਥਿਤੀ ਕੀ ਹੈ। ਨਿਊਜ਼ 18 ਪੰਜਾਬ ਅੱਜ ਕੋਸ਼ਿਸ਼ ਕਰ ਰਿਹਾ ਹੈ ਇਹੀ ਜਾਣਨ ਦੀ। ਪੰਜਾਬ ਦੇ ਹਰ ਜ਼ਿਲ੍ਹੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਹੋਵੇਗੀ। ਹਰ ਜ਼ਿਲ੍ਹੇ ਦੇ ਲੋਕਾਂ ਤੱਕ ਉਹਨਾਂ ਦੇ ਜ਼ਿਲ੍ਹੇ ਦਾ ਹਾਲ ਪਹੁੰਚਾਉਣ ਦੀ ਜ਼ਰੂਰਤ ਹੋਵੇਗੀ। ਕੋਵਿਡ ਬਲੈਕ ਫੰਗਸ ਦੇ ਉੱਤੇ ਨਿਊਜ਼ 18 ਪੰਜਾਬ ਵੱਡੀ ਪਹਿਲ ਕਰਨ ਜਾ ਰਿਹਾ ਹੈ। ਅੱਜ ਅਸੀਂ ਕੋਸ਼ਿਸ਼ ਕਰਾਂਗੇ ਕਿ ਨਿਊਜ਼ 18 ਪੰਜਾਬ ਦੇ ਇਸ ਮੰਚ ਦੇ ਉੱਤੇ ਹਰ ਜ਼ਿਲ੍ਹੇ ਦਾ ਗਰਾਊਂਡ ਰਿਪੋਰਟ ਤੁਹਾਡੇ ਤੱਕ ਪਹੁੰਚਾ ਸਕੀਏ, ਜ਼ਮੀਨੀ ਹਕੀਕਤ ਪਹੁੰਚਾ ਸਕੀਏ। ਹਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅੱਜ ਸਾਡੇ ਨਾਲ ਜੁੜਨਗੇ। ਜ਼ਿਲ੍ਹੇ ਦੇ ਸਭ ਤੋਂ ਵੱਡੇ ਆਫੀਸਰ ਦੇ ਨਾਲ ਗੱਲਬਾਤ ਦੇ ਜ਼ਰੀਏ ਅਸੀਂ ਜ਼ਮੀਨੀ ਹਕੀਕਤ ਜਾਣਨ ਦੀ ਕੋਸ਼ਿਸ਼ ਕਰਾਂਗੇ। ਜ਼ਿਲ੍ਹਿਆਂ ਅੰਦਰ ਇਸ ਸਮੇਂ ਮੌਜੂਦਾ ਸਥਿਤੀ ਕੀ ਹੈ, ਜਦੋਂ ਪੂਰੇ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ ਕੇਸਿਸ ਘੱਟ ਹੋਏ ਨੇ, ਪਿੰਡਾਂ ਦੇ ਵਿੱਚ ਹਾਲਾਤ ਕੀ ਨੇ, ਕਿ ਸਮਝਿਆ ਜਾਵੇ ਕਿ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਰੋਨਾ ਤੇ ਬਲੈਕ ਫੰਗਸ ਦੇ ਨਾਲ ਨਜਿੱਠਣ ਦੇ ਲਈ ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਉਹ ਅੱਗੇ ਵਧ ਰਿਹਾ ਹੈ, ਕਿਸ ਤਰੀਕੇ ਨਾਲ ਅੱਗੇ ਵਧ ਰਿਹਾ ਹੈ। ਹਰ ਜ਼ਿਲ੍ਹੇ ਦੀ ਪੂਰੀ ਜਾਣਕਾਰੀ ਅੱਜ ਪੂਰਾ ਦਿਨ ਸਾਡੀ ਕੋਸ਼ਿਸ਼ ਰਹੇਗੀ ਤੁਹਾਡੇ ਜ਼ਿਲ੍ਹੇ ਦੇ ਡੀਸੀ ਸਾਹਿਬ ਦੇ ਨਾਲ ਗੱਲਬਾਤ ਕਰਕੇ ਤੁਹਾਡੇ ਤੱਕ ਪੂਰੀ ਜਾਣਕਾਰੀ ਪਹੁੰਚਾਉਣ ਦੀ। ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਤੁਹਾਡੇ ਸਬ ਡਿਵੀਜ਼ਨ ਨੇ, ਯਾਨੀ ਕਿ ਇੱਕ ਡਿਸਟ੍ਰਿਕਟ ਦੇ ਵਿੱਚ ਜੇਕਰ 3 ਜਾਂ 4 ਜਾਂ 5 ਸਬ ਡਿਵੀਜ਼ਨ ਨੇ, ਹਰ ਦੇ ਉੱਤੇ ਗੱਲਬਾਤ ਅਸੀਂ ਕਰ ਸਕੀਏ ਤੇ ਉੱਥੇ ਸਥਿਤੀ ਕੀ ਹੈ ਉਸ ਦੀ ਪੂਰੀ ਜਾਣਕਾਰੀ ਲੈ ਸਕੀਏ। ਸਾਡੀ ਇਹ ਕੋਸ਼ਿਸ਼ ਇਸ ਕਰਕੇ ਵੀ ਹੈ ਤਾਂ ਕਿ ਇੱਕ ਪਾਸੇ ਸਰਕਾਰ ਦੇ ਹੁਕਮ ਹੁੰਦੇ ਨੇ, ਸਰਕਾਰ ਕਹਿੰਦੀ ਹੈ ਕਿ ਅਸੀਂ ਡੀਸੀਜ਼ ਦੇ ਉੱਤੇ ਪੂਰਾ ਛੱਡਿਆ ਕਿ ਤੁਸੀਂ ਖੁਦ ਡਿਸਾਈਡ ਕਰੋ ਕਿ ਅੱਗੇ ਡਿਸਟ੍ਰਿਕਟ ਦੇ ਵਿੱਚ ਕੀ ਕੁਝ ਫੈਸਲੇ ਲੈਣੇ ਨੇ। ਅੱਜ ਜਿਹੜੇ ਲੋਕ ਰੋਜ਼ਗਾਰ ਦੇ ਨਾਲ ਸਵਾਲ ਪੁੱਛਣਾ ਚਾਹੁੰਦੇ ਨੇ, ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਵੀ ਸਵਾਲਾਂ ਦੇ ਜਵਾਬ ਜਾਣ ਸਕੀਏ। ਤੇ ਸਭ ਤੋਂ ਪਹਿਲਾਂ ਸਾਡੇ ਨਾਲ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਕੁਝ ਹੀ ਪਲਾਂ ਦੇ ਵਿੱਚ ਜੁੜਨਗੇ। ਫਰੀਦਕੋਟ ਦੇ ਵਿੱਚ ਕਰੋਨਾ ਬਲੈਕ ਫੰਗਸ ਦੇ ਮੌਜੂਦਾ ਹਾਲਾਤ ਕੀ ਨੇ, ਕਿ ਕਰੋਨਾ ਦੇ ਕੇਸਿਸ ਘਟੇ ਨੇ ਤੇ ਇਸ ਵਿਚਾਲੇ ਬਲੈਕ ਫੰਗਸ ਇੱਕ ਵੱਡੀ ਦਿੱਕਤ ਬਣ ਰਹੀ ਹੈ ਜਾਂ ਬਣ ਸਕਦੀ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਕਿੰਨੀਆਂ ਤਿਆਰੀਆਂ ਕੀਤੀਆਂ ਗਈਆਂ ਨੇ, ਪੂਰੇ ਜ਼ਿਲ੍ਹੇ ਦੇ ਵਿੱਚ ਵੈਕਸੀਨੇਸ਼ਨ, ਵੈਂਟੀਲੇਟਰ, ਆਕਸੀਜਨ ਦੇ ਕੀ ਪ੍ਰਬੰਧ ਨੇ, ਵੈਕਸੀਨੇਸ਼ਨ ਦੀ ਡਰਾਈਵ ਕਿਸ ਤਰੀਕੇ ਨਾਲ ਅੱਗੇ ਵਧ ਰਹੀ ਹੈ। ਤਾਂ ਨਿਊਜ਼ 18 ਦੇ ਉੱਤੇ ਕੁਝ ਹੀ ਪਲਾਂ ਦੇ ਵਿੱਚ ਫਰੀਦਕੋਟ ਦੇ ਡੀਸੀ ਵਿਮਲ ਸੇਤੀਆ ਜੀ ਜੁੜਨਗੇ, ਜਿਨ੍ਹਾਂ ਦੇ ਨਾਲ ਗੱਲਬਾਤ ਕਰਕੇ ਅਸੀਂ ਮੌਜੂਦਾ ਪ੍ਰਬੰਧਾਂ ਦਾ ਜਾਇਜ਼ਾ, ਪੂਰੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ। ਸ਼ੁਰੂਆਤ ਕਰਦੇ ਹਾਂ, ਸਾਡੇ ਨਾਲ ਫਰੀਦਕੋਟ ਦੇ ਡੀਸੀ ਵਿਮਲ ਸੇਤੀਆ ਜੀ ਜੁੜ ਚੁੱਕੇ ਨੇ। ਸਭ ਤੋਂ ਪਹਿਲਾਂ ਸਰ ਨਿਊਜ਼ 18 ਪੰਜਾਬ ਦੇ ਉੱਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ, ਵਾਰਮ ਵੈਲਕਮ। ਥੈਂਕ ਯੂ ਜੀ, ਥੈਂਕਸ ਅ ਲੋਟ। ਸਰ ਮੈਂ ਸ਼ੁਰੂਆਤ ਇੱਥੋਂ ਹੀ ਕਰਨ ਜਾ ਰਿਹਾ। ਫਰੀਦਕੋਟ ਇੱਕ ਅਹਿਮ ਜ਼ਿਲ੍ਹਾ ਹੈ ਕਿਉਂਕਿ ਫਰੀਦਕੋਟ ਦੇ ਵਿੱਚ ਮੈਡੀਕਲ ਹਸਪੀਟਲ ਵੀ ਹੈ, ਬਹੁਤ ਸਾਰੇ ਲੋਕ ਵੱਖ-ਵੱਖ ਜ਼ਿਲ੍ਹਿਆਂ ਤੋਂ ਵੀ ਉੱਥੇ ਪਹੁੰਚਦੇ ਨੇ। ਜੇਕਰ ਪਹਿਲਾਂ ਤੁਸੀਂ ਪੂਰੇ ਡਿਸਟ੍ਰਿਕਟ ਦੀ ਇਸ ਸਮੇਂ ਸਾਨੂੰ ਮੌਜੂਦਾ ਸਥਿਤੀ ਸਮਝਾ ਸਕੋ ਕਰੋਨਾ ਤੇ ਨਾਲ ਹੀ ਨਾਲ ਬਲੈਕ ਫੰਗਸ ਨੂੰ ਲੈ ਕੇ, ਕਿਉਂਕਿ ਇੱਕ ਦਿਨ ਪਹਿਲਾਂ ਪੰਜਾਬ ਗਵਰਨਮੈਂਟ ਦੀ ਤਰਫ ਤੋਂ ਜਿਹੜਾ ਬਲੈਕ ਫੰਗਸ ਨੂੰ ਵੀ ਮਹਾਮਾਰੀ ਐਲਾਨ ਦਿੱਤਾ ਗਿਆ। ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਕਰੋਨਾ ਤੇ ਬਲੈਕ ਫੰਗਸ ਦੀ ਮੌਜੂਦਾ ਸਥਿਤੀ ਕੀ ਹੈ? ਮੈਂ ਨਿਊਜ਼ 18 ਨੂੰ ਦੱਸਣਾ ਚਾਹਨਾ ਕਿ ਸਾਡੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜੋ ਕਰੋਨਾ ਦੀ ਸਥਿਤੀ ਹੈ ਕਾਫੀ ਕੰਟਰੋਲ ਹੈ। ਕੱਲ ਦੀ ਸਥਿਤੀ ਬੜੀ ਅੱਛੀ ਸੀਗੀ। ਕੱਲ ਤੁਸੀਂ ਹੈਰਾਨ ਆਓਗੇ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਸਿਰਫ 4% ਪੋਜ਼ਿਟਿਵਿਟੀ ਰੇਟ ਆਇਆ ਹੈ। ਅਸੀਂ ਲਗਭਗ 2277 ਸੈਂਪਲ ਲਏ ਸੀਗੇ ਔਰ 2277 ਸੈਂਪਲ ਦੇ ਵਿੱਚ ਗੌਰਵ ਜੀ ਤੁਸੀਂ ਹੈਰਾਨ ਹੋਵੋਗੇ ਕਿ ਸਿਰਫ 108 ਪੇਸ਼ੈਂਟ ਪੋਜ਼ਿਟਿਵ ਆਇਆ ਹੈ, ਜੋ ਕਿ ਬੜਾ ਚੰਗਾ ਸਬੂਤ ਹੈ। ਔਰ ਇਹ ਜਿਹੜੀ ਕਰੋਨਾ ਬਿਮਾਰੀ ਦੇ ਉੱਪਰ ਪੂਰੀ ਤਰ੍ਹਾਂ ਕੰਟਰੋਲ ਹੋ ਰਿਹਾ ਤੇ ਰਿਕਵਰੀ ਦਾ ਦੌਰ ਸਟਾਰਟ ਹੋ ਚੁੱਕਿਆ ਹੈ। ਸੋ ਇਸ ਲਈ ਮੈਂ ਜੋ ਸਾਡੇ ਜ਼ਿਲ੍ਹੇ ਦੇ ਨਿਵਾਸੀ ਹੈ, ਆਪ ਜੀ ਦੇ ਚੈਨਲ ਨਿਊਜ਼ 18 ਦਾ ਹੀ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਹਲੇ ਸਾਨੂੰ ਥੱਕਣ ਦੀ ਲੋੜ ਨਹੀਂ, ਝੱਕਣ ਦੀ ਲੋੜ ਨਹੀਂ। ਹਲੇ ਕੋਈ ਅਸੀਂ ਕੰਪਲੇਸੈਂਸੀ, ਕੋਈ ਕੈਜੂਅਲਟੀ ਬਰਦਾਸ਼ਤ ਨਹੀਂ ਕਰ ਸਕਦੇਗੇ। ਇਸ ਮੂਮੈਂਟ ਤੇ ਥੋੜੀ ਜਿਹੀ ਵੀ ਕੰਪਲੇਸੈਂਸੀ ਖਤਰਨਾਕ ਸਾਬਤ ਹੋ ਸਕਦੀ ਹੈ। ਸੋ ਕਰੋਨਾ ਦੀ ਸਥਿਤੀ ਸਾਡੇ ਜ਼ਿਲ੍ਹੇ ਦੇ ਵਿੱਚ ਕੱਲ ਅਸੀਂ ਰਿਕਵਰੀ ਫੇਜ਼ ਸ਼ੁਰੂ ਹੋ ਚੁੱਕਿਆ ਹੈ। ਹੁਣ ਤੱਕ ਸਾਡੇ ਜ਼ਿਲ੍ਹੇ ਦੇ ਵਿੱਚ ਮੈਂ ਆਪ ਨੂੰ ਦੱਸਣਾ ਚਾਹੁੰਦਾ ਹਾਂ ਕਿ 11,210 ਟੋਟਲ ਜੋ ਸੀਗੇ ਰੋਗੀ ਆਏ ਸੀਗੇ, ਕੋਵਿਡ ਪੋਜ਼ਿਟਿਵ ਹੋਏ ਸੀਗੇ। ਔਰ ਸਾਡੇ ਜ਼ਿਲ੍ਹੇ ਦੇ ਵਿੱਚ ਕੱਲ ਦੀ ਡੇਟ ਤੱਕ 1759 ਪੇਸ਼ੈਂਟ ਸੀਗੇ ਔਰ ਜਿਨ੍ਹਾਂ ਵਿੱਚੋਂ 95% ਹੋਮ ਆਈਸੋਲੇਟਡ ਪੇਸ਼ੈਂਟ ਸੀਗੇ। ਸੋ ਮੈਂ ਇੱਕ ਵਾਰ ਫਿਰ ਸਾਰੇ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਇਹੀ ਬੇਨਤੀ ਕਰੂੰਗਾ ਕਿ ਇਸ ਰਿਕਵਰੀ ਦੇ ਦੌਰ ਦੇ ਵਿੱਚ ਜਿਵੇਂ ਤੁਸੀਂ ਪਹਿਲਾਂ ਸਾਨੂੰ ਸਾਥ ਦਿੱਤਾ ਉਸ ਤਰ੍ਹਾਂ ਹੋਰ ਸਾਥ ਦਿਓ ਜੀ। ਹਾਂਜੀ ਸਰ, ਜਿਵੇਂ ਤੁਸੀਂ ਜੋ ਜ਼ਿਕਰ ਕਰ ਰਹੇ ਹੋ ਇਸ ਦਾ ਮਤਲਬ ਇਹ ਸਮਝਿਆ ਜਾਵੇ ਕਿ ਫਰੀਦਕੋਟ ਦੇ ਵਿੱਚ ਜਿਹੜਾ ਪੀਕ ਸੀ
ਕਰੋਨਾ ਦਾ ਉਹ ਨਿਕਲ ਗਿਆ ਤੇ ਹੁਣ ਅਸੀਂ ਬਿਲਕੁਲ ਡਿਕਲਾਈਨ ਦੇ ਵੱਲ ਵੱਧ ਰਹੇ ਹਾਂ। ਇਹ ਇੱਕ ਚੰਗੀ ਖਬਰ ਕਹਿ ਸਕਦੇ ਹਾਂ ਫਰੀਦਕੋਟ ਦੇ ਲੋਕਾਂ ਦੇ ਲਈ, ਵਾਸੀਆਂ ਦੇ ਲਈ। ਦੇਖੋ, ਮੈਂ ਜਿਵੇਂ ਪਹਿਲਾਂ ਹੀ ਤੁਹਾਨੂੰ ਦੱਸਿਆ ਹੈ ਕਿ ਜਿਸ ਤਰ੍ਹਾਂ ਸਾਡੇ ਹੈਲਥ ਐਕਸਪਰਟ ਹੈ, ਵੱਡੇ ਵੱਡੇ ਕੋਵਿਡ-19 ਦੇ ਮਾਹਰ ਹੈ, ਡਾਕਟਰ ਤਲਵਾਰ ਔਰ ਸਾਡੇ, ਉਹਨਾਂ ਨੇ ਵੀ ਦੱਸ ਚੁੱਕਿਆ ਹੈ ਕਿ ਪੰਜਾਬ ਦੇ ਵਿੱਚ ਪੀਕ ਆ ਚੁੱਕੀ ਹੈ। ਲੇਕਿਨ ਪੀਕ ਦਾ ਮਤਲਬ ਇਹ ਨਹੀਂ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਕਿਸੇ ਵੀ ਤਰ੍ਹਾਂ ਦੀ ਕੰਪਲੇਂਟ ਅਸੀਂ ਬਰਦਾਸ਼ਤ ਕਰਾਂਗੇ। ਸੋ ਇਹ ਜਿਹੜਾ ਹਫਤਾ ਹੈ ਸਾਡੇ ਵਾਸਤੇ ਬੜਾ ਕ੍ਰੂਸ਼ੀਅਲ ਹੈ। ਇਸ ਹਫਤੇ ਦੇ ਦੌਰਾਨ ਜਿਹੜੇ ਸਾਡੇ ਫਰੀਦਕੋਟ ਜ਼ਿਲ੍ਹੇ ਦੇ ਨਿਵਾਸੀ ਹੈ, ਉਹਨਾਂ ਨੂੰ ਮੈਂ ਬੇਨਤੀ ਵੀ ਕਰ ਰਿਹਾ ਹਾਂ ਕਿ ਅਸੀਂ ਸਾਰੀਆਂ ਜੋ ਬਾਜ਼ਾਰ ਹੈ, ਬਾਜ਼ਾਰ ਦੇ ਵਿੱਚ ਖਾਸ ਕਰਕੇ ਦੁਕਾਨਾਂ ਦੇ ਟਾਈਮ ਫਿਕਸ ਕੀਤੇ ਹੈ। ਹਰੇਕ ਵਪਾਰੀ ਨੂੰ ਪੂਰੀ ਤਰ੍ਹਾਂ ਸਹੀ ਟਾਈਮ ਦਿੱਤਾ ਹੈ, ਉਹ 5-6 ਘੰਟੇ ਆਪਣਾ ਬਿਜ਼ਨਸ ਚਲਾ ਸਕਦਾ ਹੈ। ਸੋ ਇਸ ਦੌਰਾਨ ਕੋਈ ਬਾਜ਼ਾਰਾਂ ਦੇ ਵਿੱਚ ਭੀੜ ਭੜ ਨਾ ਕੀਤੀ ਜਾਵੇ ਕਿਸੇ ਵੀ ਤਰੀਕੇ ਦੀ। ਔਰ ਜਿਵੇਂ ਕਿ ਸਾਡੀ ਜੋ ਕੋਰੋਨਾ ਦੀਆਂ ਗਾਈਡਲਾਈਨਸ ਹੈ, ਸਭ ਤੋਂ ਪਹਿਲਾਂ ਕਿ ਜਿਵੇਂ ਅਸੀਂ ਲੋਕਾਂ ਨੂੰ ਕਹਿ ਰਹੇ ਹਾਂ ਕਿ 6 ਫੁੱਟ ਦੀ ਦੂਰੀ ਰੱਖੋ, ਸਾਰਿਆਂ ਨੂੰ ਪਤਾ ਹੈ ਇਸ ਦੇ ਬਾਰੇ। ਸੋ ਉਹ 6 ਫੁੱਟ ਦੀ ਦੂਰੀ ਰਹੇ, ਫੇਸ ਮਾਸਕ ਲਗਾ ਕੇ ਰੱਖਿਆ ਹੋਵੇ, ਵਾਰ-ਵਾਰ ਹੱਥ ਧੋਤੇ ਜਾਣ ਔਰ ਇਸ ਤਰ੍ਹਾਂ ਦੀ ਸਾਵਧਾਨੀ ਵਰਤੀ ਜਾਵੇ। ਕਿਤੇ ਵੀ ਜਗ੍ਹਾ ਤੇ ਓਵਰ ਕਰਾਊਡਿੰਗ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਸਾਡੇ ਜ਼ਿਲ੍ਹੇ ਦੇ ਵਿੱਚ ਇੱਕ ਹੋਰ ਜਿਹੜੀ ਗੱਲ ਹੈ ਕਿ ਆਕਸੀਜਨ ਦੀ ਸਥਿਤੀ ਅਸੀਂ ਪੂਰੀ ਤਰ੍ਹਾਂ ਕੰਟਰੋਲ ਹੈ, ਸਫੀਸ਼ੀਐਂਟ ਮਾਤਰਾ 'ਚ ਆਕਸੀਜਨ ਹੈ ਸਾਡੇ ਕੋਲੇ, ਸਫੀਸ਼ੀਐਂਟ ਮਾਤਰਾ ਦੇ ਵਿੱਚ ਮੈਡੀਸਨਸ ਵੀ ਹੈਗੀ ਹੈ। ਔਰ ਇਸ ਤੋਂ ਇਲਾਵਾ L2 L3 ਫੈਸਿਲਿਟੀਜ਼ ਵੀ ਸਾਡੇ ਹੈਗੀਆਂ। L2 L3 ਫੈਸਿਲਿਟੀ ਦੇ ਵਿੱਚ ਵੀ ਸਫੀਸ਼ੀਐਂਟ ਬੈੱਡ ਕੈਪੈਸਿਟੀ ਹੈਗੀ ਹੈ। ਸੋ ਇਸ ਕਰਕੇ ਕਿਸੇ ਤਰ੍ਹਾਂ ਦੀ ਘਬਰਾਉਣ ਦੀ ਵੀ ਲੋੜ ਨਹੀਂ ਹੈਗੀ ਕਿ ਪੰਜਾਬ ਸਰਕਾਰ ਵੱਲੋਂ ਸਮੇਂ ਹਰ ਮਿੰਟ ਤੇ ਪੂਰੀ ਤਰ੍ਹਾਂ ਖਬਰ ਰੱਖੀ ਜਾ ਰਹੀ ਹੈ। ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗਾ ਕਿ ਸਾਡੇ ਜ਼ਿਲ੍ਹੇ ਦੇ ਵਿੱਚ 243 ਦੇ ਕਰੀਬ ਪਿੰਡ ਹੈ। ਪਿੰਡਾਂ ਦੇ ਵਿੱਚ ਜੋ ਪੋਜੀਸ਼ਨ ਇਹ ਹੈ ਕਿ ਸਾਰੇ ਪਿੰਡਾਂ ਨੂੰ ਮੈਂ 27 ਏਰੀਆ ਦੇ ਵਿੱਚ ਵੰਡਿਆ ਹੋਇਆ ਹੈ। ਹਰੇਕ ਪਿੰਡ ਦੇ ਵਿੱਚ 27 ਹਰੇਕ ਜੋ ਸਾਡੇ ਜ਼ਿਲ੍ਹੇ 'ਚ 27 ਮੈਜਿਸਟਰੇਟ ਲਗਾਏ ਆ। ਉਹ ਮੈਜਿਸਟਰੇਟ ਡੇਲੀ ਪਿੰਡਾਂ ਦੇ ਵਿੱਚ ਜਾਂਦੇ ਆ, ਲੋਕਾਂ ਦੇ ਨਿਗਾਹ ਰੱਖਦੇ ਆ, ਲੋਕਾਂ ਨੂੰ ਜਾਗਰੂਕ ਕਰਦੇ ਆ। ਔਰ ਹਰੇਕ ਪਿੰਡ ਦੇ ਵਿੱਚ ਮੈਂ ਇੱਕ 10 ਮੈਂਬਰੀ ਗਰੁੱਪ ਬਣਾਇਆ। ਉਸ ਗਰੁੱਪ ਦੇ ਵਿੱਚ ਸਰਪੰਚ, ਪੰਚ, ਚੌਕੀਦਾਰ, ਲੰਬੜਦਾਰ ਔਰ ਇਨ ਐਡੀਸ਼ਨ ਟੂ ਦੈਟ ਜਿਹੜੇ ਕੋਈ ਰਿਟਾਇਰਡ ਆਫੀਸਰਸ ਹੈ, ਜਿਵੇਂ ਕੋਈ ਮਿਲਟਰੀ ਆਫੀਸਰ ਹੋ ਗਿਆ ਜਾਂ ਸਿਵਲ ਸਰਵੈਂਟਸ ਹੋ ਗਏ, ਸਾਰਿਆਂ ਨੂੰ ਵਿੱਚ ਉਹਨਾਂ ਦੇ ਵਿੱਚ ਮੈਂਬਰ ਲਿਆ ਗਿਆ। ਲੋਕ ਸਾਂਝੇਦਾਰੀ ਦੀਆਂ ਅਸੀਂ ਕਮੇਟੀਆਂ ਬਣਾ ਚੁੱਕੇ ਹਾਂ ਔਰ ਇਸ ਕਮੇਟੀ ਦੀ ਰੈਗੂਲਰ ਮੀਟਿੰਗ ਹੋ ਰਹੀ ਹੈ। ਐਂਡ ਇਨ ਐਡੀਸ਼ਨ ਟੂ ਦੈਟ ਮੈਂ ਸਰਪੰਚਾਂ ਦੇ ਨਾਲ ਮੀਟਿੰਗ ਵੀ ਕਰ ਚੁੱਕਿਆ। ਸਾਡੇ ਸਾਰੇ ਜਿਹੜੇ ਸਰਪੰਚ ਔਰ ਪੰਚਾਇਤ ਵੱਲੋਂ ਵੀ ਭਰਵਾਂ ਸਾਨੂੰ ਹੰਗਾਰਾ ਮਿਲ ਰਿਹਾ ਹੈ। ਔਰ ਇਹ ਜਿਹੜੀ ਮਤਲਬ ਕਿ ਪੰਚਾਇਤਾਂ ਦੇ ਹੁੰਗਾਰੇ ਦੇ ਕਾਰਨ ਹੀ ਮੈਂ ਇਹ ਕਹਿ ਸਕਦਾ ਕਿ ਪਿੰਡਾਂ ਦੇ ਵਿੱਚ ਵੀ ਅਸੀਂ ਕਰੋਨਾ ਦੀ ਬਿਮਾਰੀ ਦੇ ਉੱਪਰ ਕੰਟਰੋਲ ਪਾਉਣ ਦੇ ਵਿੱਚ ਕਾਮਯਾਬ ਹੋ ਰਹੇ ਹਾਂ। ਔਰ ਜਿੱਥੋਂ ਤੱਕ ਵੈਕਸੀਨੇਸ਼ਨ ਦਾ ਸਵਾਲ ਹੈ, ਸਾਡੇ ਜ਼ਿਲ੍ਹੇ ਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਕਿ ਅਸੀਂ 1 ਲੱਖ ਦਾ ਆંકੜਾ ਕ੍ਰੋਸ ਕਰ ਚੁੱਕੇ ਹਾਂ। 1 ਲੱਖ ਤੋਂ ਜ਼ਿਆਦਾ ਵਿਅਕਤੀਆਂ ਨੂੰ ਵੈਕਸੀਨੇਸ਼ਨ ਦਿੱਤੀ ਜਾ ਚੁੱਕੀ ਹੈ। ਔਰ ਜਿੱਥੋਂ ਤੱਕ 18 ਤੋਂ 44 ਸਾਲ ਦੇ ਜੋ ਵਿਅਕਤੀ ਹੈ, ਉਹਨਾਂ ਵਾਸਤੇ ਅਸੀਂ ਸੈਪਰੇਟ ਕੈਂਪ ਲਗਾਏ ਹੋਏ ਆ। ਔਰ ਉਹਨਾਂ ਵਿੱਚ ਵੀ ਆਪ ਜੋ ਲੇਬਰ ਡਿਪਾਰਟਮੈਂਟ ਦੇ ਅਫੀਸਰਸ ਨੂੰ ਨਾਲ ਲਗਾ ਕੇ ਮੈਂ ਟੀਮਾਂ ਬਣਾਤੀਆਂ। ਔਰ ਮੈਂ ਕੱਲ ਖੁਦ ਵੀ ਚੈੱਕ ਕਰਕੇ ਆਂਦਾ, ਸਾਡੇ ਕੋਟਕਪੂਰਾ, ਜੈਤੋਂ, ਸਾਦਿਕ, ਜੰਡ ਸਾਹਿਬ, ਇਨ ਫਰੀਦਕੋਟ ਸਿਟੀ ਦੇ ਵਿੱਚ ਅਲੱਗ-ਅਲੱਗ ਜੋ ਅਸੀਂ 18 ਤੋਂ 44 ਸਾਲ ਦੇ ਕੈਂਪ ਲਗਾਇਆ, ਉਹਨਾਂ ਵਿੱਚ ਵੀ ਲੇਬਰਸ ਜਿਹੜੇ ਕੰਸਟਰਕਸ਼ਨ ਵਰਕਰਸ ਹੈ, ਖਾਸ ਕਰਕੇ ਅਸੀਂ ਉਹਨਾਂ ਨੂੰ ਮੋਟੀਵੇਟ ਕਰ ਰਹੇ ਹਾਂ, ਉਹ ਆ ਰਹੇ ਹੈ। ਔਰ ਉਸ ਕੈਂਪ ਦੇ ਵਿੱਚ ਜਿਹੜੇ ਮੀਨਸ ਕੋਈ 18 ਤੋਂ 44 ਈਅਰ ਦੇ ਵਿੱਚ ਕੋਈ ਕੋਮੋਰਬਿਡ ਵਿਅਕਤੀ ਹੈ, ਉਹ ਵੀ ਆਪਣਾ ਆ ਕੇ ਵੈਕਸੀਨੇਸ਼ਨ ਕਰਵਾ ਸਕਦਾ ਹੈ। ਸੋ ਵੈਕਸੀਨੇਸ਼ਨ ਦੇ ਵਿੱਚ ਵੀ ਸਾਡਾ ਟਾਰਗੇਟ ਜੋ ਡੇਲੀ ਦਾ ਅਸੀਂ ਟਾਰਗੇਟ ਤੋਂ ਅੱਗੇ ਚੱਲ ਰਹੇ ਹਾਂ। ਤੋ ਮੈਂ ਨਾਲ ਦੀ ਨਾਲ ਜਿਹੜੇ ਇੱਕ ਹੋਰ ਮੈਂ ਦੱਸਣਾ ਚਾਹੁੰਦਾ ਸੀ ਕਿ ਜਿਵੇਂ ਸਾਡੇ ਜ਼ਿਲ੍ਹੇ ਦੇ ਪ੍ਰਾਈਵੇਟ ਹਸਪੀਟਲਸ ਹੈ, ਪ੍ਰਾਈਵੇਟ ਹਸਪੀਟਲਸ ਨੂੰ ਮੈਂ ਆਪਦੇ ਤੌਰ ਤੇ ਬੇਨਤੀ ਕਰਨਾ ਚਾਹਨਾ ਕਿ ਜਿਵੇਂ ਸਭ ਨੂੰ ਪਤਾ ਹੈ ਕਿ ਡਿਸਾਸਟਰ ਮੈਨੇਜਮੈਂਟ ਐਕਟ ਲਾਗੂ ਹੋ ਚੁੱਕਿਆ ਹੈ। ਸੋ ਸਾਰੇ ਜਿਹੜੇ ਪ੍ਰਾਈਵੇਟ ਹਸਪੀਟਲ ਹੈ, ਜਿੰਨੇ ਵੀ ਪ੍ਰਾਈਵੇਟ ਡਾਕਟਰ ਹੈ, ਉਹਨਾਂ ਦਾ ਫਰਜ਼ ਬਣਦਾ ਹੈ, ਨੋਬਲ ਡਿਊਟੀ ਵੀ ਹੈ, ਐਥੀਕਲ ਡਿਊਟੀ ਵੀ ਹੈ ਕਿ ਉਹ ਵਪਾਰ ਦੇ ਵੱਲ ਨਾ ਚੱਲਣ। ਇਸ ਟਾਈਮ ਗਲੋਬਲ ਪੈਂਡੈਮਿਕ ਚੱਲ ਰਿਹਾ ਹੈ, ਕੋਈ ਕਿਸੇ ਵੀ ਤਰ੍ਹਾਂ ਤੋਂ ਓਵਰ ਚਾਰਜਿੰਗ ਨਾ ਕੀਤੀ ਜਾਵੇ, ਹੋ ਸਕੇ ਤਾਂ ਫ੍ਰੀ ਸਰਵਿਸ ਕੀਤੀ ਜਾਵੇ। ਇਹ ਇੱਕ ਨੋਬਲ ਕਾਜ਼ ਦੇ ਵਿੱਚ ਜਿੰਨੇ ਪ੍ਰਾਈਵੇਟ ਡਾਕਟਰ ਅੱਗੇ ਆਣਗੇ, ਉਹਨਾਂ ਦੇ ਸਹਿਯੋਗ ਦੇ ਨਾਲ ਹੀ ਅਸੀਂ ਇਸ ਬਿਮਾਰੀ ਤੇ ਜਿੱਤ ਪਾ ਸਕਾਂਗੇ। ਔਰ ਪ੍ਰਾਈਵੇਟ ਡਾਕਟਰਸ ਨੂੰ ਮੈਂ ਇਹ ਵੀ ਕਹਿਣਾ ਚਾਹਨਾ ਕਿ ਦੇ ਸ਼ੁੱਡ ਬੀ ਸਿੰਪੈਥੈਟਿਕ, ਦੇ ਸ਼ੁੱਡ ਬੀ ਐਮਪੈਥੈਟਿਕ ਟੁਵਾਰਡਸ ਦਾ ਪੇਸ਼ੈਂਟਸ, they should rather do the free service. Every private medico, they should come forward and they should try to provide ambulance vans. Every doctor must have her own independent oxygen concentrator so that कि oxygen ਦੀ ਕਿਸੇ ਤਰੀਕੇ ਦੀ ਕੋਈ ਦਿੱਕਤ ਹੀ ਨਾ ਆ ਸਕੇ। ਸੋ ਇਹ ਸਾਰੀਆਂ ਜਿਹੜੀਆਂ ਮੀਨਸ ਇਹਨਾਂ ਸਾਰੇ ਪ੍ਰਬੰਧਾਂ ਦੇ ਨਾਲ ਇੱਕ ਹੋਰ ਮੈਂ ਦੱਸਣਾ ਚਾਹੂੰਗਾ ਤੁਹਾਨੂੰ ਸਾਰਿਆਂ ਨੂੰ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਕੋਈ ਕੋਵਿਡ ਪੇਸ਼ੈਂਟ ਪੋਜ਼ਿਟਿਵ ਆਉਂਦਾ ਹੈ, ਅਸੀਂ ਹਰੇਕ ਕੋਵਿਡ ਪੋਜ਼ਿਟਿਵ ਪੇਸ਼ੈਂਟ ਦੇ ਉੱਪਰ ਪੂਰੀ ਤਰ੍ਹਾਂ ਨਿਗਾਹ ਰੱਖੀ ਹੈ। ਉਸ ਦੇ ਲਈ ਅਸੀਂ 40 ਸੈਕਟਰ ਅਫਸਰ ਵੀ ਲਗਾਏ ਹੋਏ ਆਪਦੇ। ਉਹ ਜਿਹੜੇ 40 ਸੈਕਟਰ ਅਫਸਰ ਹੈ, ਹਰੇਕ ਸੈਕਟਰ ਅਫਸਰ ਨੂੰ ਅਸੀਂ
ਜਾਂ 30 ਜਾਂ 40 ਪੇਸ਼ੈਂਟ ਦੇ ਦਿੰਦੇ ਆ ਡੇਲੀ। ਉਹ ਡੇਲੀ ਜਿਹੜਾ ਸੈਕਟਰ ਅਫੀਸਰ ਹੈ ਉਹ ਪੇਸ਼ੈਂਟ ਨੂੰ ਗੱਲ ਕਰਦਾ ਹੈ, ਉਹਦੇ ਹਾਲਾਤ ਪੁੱਛਦਾ ਹੈ। ਸਾਡਾ WhatsApp ਗਰੁੱਪ ਹੈ ਜਿਹੜਾ ਕਿ ਹੈਲਥ ਡਿਪਾਰਟਮੈਂਟ ਦੇ ਨਾਲ ਪੂਰਾ ਇਨ ਟੱਚ ਹੈਗਾ। ਉਹਨਾਂ ਨੂੰ ਮੈਸੇਜ ਆਉਂਦਾ ਹੈ ਇਮੀਡੀਏਟਲੀ, ਜੇ ਕੋਈ ਕਿਸੇ ਉਸਨੂੰ ਕੋਈ ਜ਼ਰੂਰਤ ਹੈ, ਫਾਰ ਐਗਜ਼ਾਮਪਲ ਕਿਸੇ ਨੂੰ ਫਤਿਹ ਕਿਟ ਦੀ ਲੋੜ ਹੈ, ਵੀ ਇਮੀਡੀਏਟਲੀ ਪ੍ਰੋਵਾਈਡ them ਅਲਟਰਨੇਟਿਵ ਮੈਡੀਸਿਨਸ ਆਲਸੋ। ਫਤਿਹ ਕਿਟ ਵੀ ਦਿੱਤੀ ਜਾਂਦੀ ਹੈ। ਫਤਿਹ ਕਿਟ ਦੇ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਆਕਸੀਮੀਟਰ ਹੈ, ਥਰਮਾਮੀਟਰ ਹੈ, ਐਜ਼ਿਥਰੋਮਾਈਸਿਨ ਹੈ, ਕਰੋਸਿਨ ਮੈਡੀਸਿਨਸ ਹੈ, ਇਹ ਸਾਰੀਆਂ ਦਵਾਈਆਂ ਫ੍ਰੀ ਆਫ ਕੋਸਟ ਦਿੱਤੀਆਂ ਜਾ ਰਹੀਆਂ। ਇਨ ਐਡੀਸ਼ਨ ਟੂ ਦੈਟ ਵੀ ਆਰ ਆਲਸੋ ਪ੍ਰੋਵਾਈਡਿੰਗ ਫੂਡ ਕਿਟਸ, ਜਿਹੜੀਆਂ ਫੂਡ ਕਿਟਸ ਵੀ ਅਸੀਂ ਦੇ ਰਹੇ ਹਾਂ ਸਾਰੇ ਘਰਾਂ ਦੇ ਵਿੱਚ। ਸਾਡੇ ਕੋਲੇ ਸਫੀਸ਼ੀਐਂਟ ਜਿੰਨੇ ਸਾਡੇ ਕੋਲੇ ਪੇਸ਼ੈਂਟ ਹੈਗੇ ਆ, ਉਸ ਪੇਸ਼ੈਂਟ ਤੋਂ ਜ਼ਿਆਦਾ ਮੀਨ ਸਾਡੇ ਕੋਲੇ ਫਤਿਹ ਕਿਟਸ ਹੈਗੀਆਂ, ਫੂਡ ਕਿਟਸ ਹੈਗੀਆਂ। ਸੋ ਅਸੀਂ ਐਂਬੂਲੈਂਸ ਦੇ ਰੇਟ ਵੀ ਫਿਕਸ ਕਰ ਚੁੱਕੇ ਹਾਂ। ਔਰ ਮੈਂ ਸਾਰੇ ਜਿਹੜੇ ਸਰ ਆਣਾ ਤੁਹਾਡੇ ਕੋਲ, ਮੈਂ ਐਕਚੁਅਲੀ ਚਾਹ ਰਿਹਾ ਕਿ ਸਪੈਸੀਫਿਕਲੀ ਤੁਸੀਂ ਇੱਕ ਇੱਕ ਕਰਕੇ ਜੇਕਰ ਦੱਸ ਸਕੋ। ਉਹ ਥੈਂਕ ਯੂ ਗੌਰਵ ਜੀ, ਆਸਾਨੀ ਨਾਲ ਉਹ ਚੀਜ਼ਾਂ ਪਹੁੰਚਣਗੀਆਂ। ਜਿਸ ਤਰ੍ਹਾਂ ਗੌਰਵ ਜੀ, ਨੋ ਪ੍ਰੋਬਲਮ ਕੈਰੀ ਸਰ। ਮੈਂ ਮਾਫੀ ਚਾਹਨਾ ਕਿ ਚੱਲ ਰੁਕਿਆ, ਮੈਂ ਥੋੜਾ ਜਿਹਾ ਹੋਰ ਸਪੈਸੀਫਿਕਲੀ ਚੀਜ਼ਾਂ ਬਾਰੇ ਜ਼ਰੂਰ ਜਾਣਨਾ ਚਾਹਾਂਗਾ, ਵੈਕਸੀਨ ਜਾਂ ਫਿਰ ਤੁਸੀਂ ਜੋ ਆਕਸੀਜਨ ਦਾ ਜ਼ਿਕਰ ਕੀਤਾ। ਪਰ ਪਹਿਲਾਂ ਮੈਂ ਇਸ ਪੁਆਇੰਟ ਤੇ ਆ ਜਾਵਾਂ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਰੋਜ਼ਗਾਰ ਜੁੜਿਆ ਹੁੰਦਾ ਹੈ, ਦੁਕਾਨਾਂ ਖੋਲਣ ਦਾ ਸਮਾਂ ਵੱਖ-ਵੱਖ ਤੁਸੀਂ ਕੀਤਾ ਹੈ, ਕੇਸਿਸ ਘਟੇ ਨੇ, ਜਿਹੜੀ ਪੋਜ਼ਿਟਿਵ ਦਰ ਹੈਗੀ ਹੈ ਹੁਣ ਦੀ ਉਹ 4% ਦੇ ਨੇੜੇ ਆਈ ਹੈ। ਤਾਂ ਉਮੀਦ ਕੀਤੀ ਜਾਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਤੁਹਾਡੇ ਉੱਤੇ ਹੀ ਛੱਡਿਆ ਹੈ ਪੰਜਾਬ ਗਵਰਨਮੈਂਟ ਨੇ ਕਿ ਤੁਸੀਂ ਡਿਸਾਈਡ ਕਰੋ ਕਿ ਦੁਕਾਨਾਂ ਕਿੰਨੇ ਵਜੇ ਤੱਕ ਖੋਲਣੀਆਂ ਨੇ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਫ੍ਰੀ ਨੂੰ ਪੂਰੇ ਡਿਸਟ੍ਰਿਕਟ ਦੇ ਲੋਕਾਂ ਨੂੰ, ਦੁਕਾਨਦਾਰਾਂ ਨੂੰ ਕੋਈ ਰਾਹਤ ਦੇ ਸਕਦੇ ਹੋ ਤੁਸੀਂ ਕਿ ਸਮਾਂ ਬਣਾ ਦਿੱਤਾ ਜਾਵੇ ਦੁਕਾਨਾਂ ਖੋਲਣ ਨੂੰ? ਬਿਲਕੁਲ। ਅਸੀਂ ਦੇਖੋ, ਜੋ ਸਰਕਾਰ ਹੈ, ਇੰਡੀਆ ਇਜ਼ ਏ ਵੈਲਫੇਅਰ ਸਟੇਟ। ਵੈਲਫੇਅਰ ਸਟੇਟ ਦੇ ਵਿੱਚ ਸਾਡਾ ਕੰਮ ਵੀ ਲੋਕਾਂ ਦਾ ਵੈਲਫੇਅਰ ਕਰਨਾ ਹੈ। ਐਜ਼ ਦਾ ਕੰਡੀਸ਼ਨ ਇੰਪਰੂਵਸ ਵੀ ਵਿਲ ਟਰਾਈ ਟੂ ਪ੍ਰੋਵਾਈਡ ਆਲ ਦਾ ਰੈਲੀਵੈਂਟ ਫੈਸਿਲਿਟੀਜ਼ ਸੋ ਦੈਟ ਇਕੋਨੋਮੀ ਇਜ਼ ਨਾਟ ਡਿਸਟਰਬਡ। ਐਂਡ at this moment the economy of Faridkot is very much stable, or because every shopkeeper is happy, every trader is happy। ਜਿਸ ਤਰ੍ਹਾਂ ਫਾਰ ਐਗਜ਼ਾਮਪਲ ਤੁਸੀਂ ਹੈਰਾਨ ਹੋਵੋਗੇ ਕਿ ਜਿਹੜੀਆਂ ਸਾਡੀਆਂ ਮੈਡੀਕਲ ਸ਼ਾਪਸ ਹੈ, ਕੈਮਿਸਟ ਸ਼ਾਪਸ ਹੈ, ਉਹਨਾਂ ਨੂੰ ਅਸੀਂ 24/7 ਅਸੀਂ ਟਾਈਮ ਦਿੱਤਾ ਹੈ, ਹਰ ਸੈਟਰਡੇ ਸੰਡੇ ਟਾਈਮ ਦਿੱਤਾ ਹੈ। ਸੈਕੰਡਲੀ ਤੁਸੀਂ ਜਿਵੇਂ ਦੇਖੋਗੇ ਕਿ ਜਿਵੇਂ ਪੈਟਰੋਲ ਪੰਪ ਹੈ, ਡੀਜ਼ਲ ਦੇ ਪੰਪ ਹੈ, LPG ਹੈ, ਜਾਂ ਮਿਲਕ ਸਪਲਾਈ ਟੂ ਹੋਮ, ਉਹਨਾਂ ਨੂੰ ਅਸੀਂ ਹਰ ਸੱਤੇ ਦੇ ਸੱਤੇ ਦਿਨ ਸਵੇਰੇ 6 ਵਜੇ ਤੋਂ ਲੈ ਕੇ ਰਾਤ ਨੂੰ 8 ਵਜੇ ਤੱਕ ਅਸੀਂ ਉਹਨਾਂ ਨੂੰ ਟਾਈਮ ਦਿੱਤਾ ਹੈ। ਬਾਕੀ ਸਭ ਦੁਕਾਨਦਾਰਾਂ ਨੂੰ, ਬਾਕੀ ਸਭ ਬਿਜ਼ਨਸਮੈਨ ਨੂੰ, ਵਪਾਰੀਆਂ ਨੂੰ ਅਸੀਂ ਕੰਟਰੋਲ ਟਾਈਮ ਦਿੱਤਾ ਹੈ, ਜਿਵੇਂ ਕਿਸੇ ਨੂੰ 9 ਤੋਂ 5, ਕਿਸੇ ਨੂੰ 10 ਤੋਂ 5, ਕਿਸੇ ਨੂੰ 10 ਤੋਂ 4। ਸੋ ਮੀਨਸ ਯੂ ਕੈਨ, ਆਈ ਵੈਰੀ ਮਚ ਅਸ਼ੋਰ ਯੂ ਕਿ ਕਿਸੇ ਵੀ ਤਰੀਕੇ ਨਾਲ ਜਿਵੇਂ ਜਿਵੇਂ ਸਿਚੁਏਸ਼ਨ ਇੰਪਰੂਵ ਹੁੰਦੀ ਹੈ, ਵੀ ਵਿਲ ਫਰਦਰ ਐਨਹਾਂਸ ਦਾ ਰਿਲੈਕਸੇਸ਼ਨ ਸਬਜੈਕਟ ਟੂ ਦਾ ਕੰਡੀਸ਼ਨ ਦੈਟ ਦਾ ਪੀਪਲ ਸ਼ੁੱਡ ਕੋਆਪਰੇਟ ਅਸ। We want maximum cooperation of the people through your channel। ਜੀ ਸਰ, ਇੱਕ ਹੋਰ ਸਵਾਲ ਮੈਂ ਹੁਣ ਹਸਪੀਟਲਸ ਦੇ ਉੱਤੇ ਆਵਾਂ, ਕਿਉਂਕਿ ਜੋ ਅਸੀਂ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਕਿ ਕੋਟਪੁਰਾ ਜਾਂ ਜੈਤੋਂ ਦੇ ਵਿੱਚ ਕੋਵਿਡ ਦੇ ਪੇਸ਼ੈਂਟਸ ਨਹੀਂ ਐਡਮਿਟ ਕੀਤੇ ਜਾ ਰਹੇ, ਉਹ ਡਾਇਰੈਕਟਲੀ ਫਰੀਦਕੋਟ ਭੇਜੇ ਜਾਂਦੇ ਨੇ। ਇਹ ਜਾਣਨਾ ਚਾਹੁੰਦਾ ਕਿ ਉੱਥੇ 400 ਬੈੱਡ ਦੀ ਕਰੀਬ ਕੈਪੈਸਿਟੀ ਹੈ। ਜੇ ਮੈਂ ਫਰੀਦਕੋਟ ਮੈਡੀਕਲ ਕਾਲਜ ਦਾ ਜ਼ਿਕਰ ਕਰਾਂ, ਇਹ ਵੀ ਇਨਫੋਰਮੇਸ਼ਨ ਹੈ ਕਿ ਕਰੀਬ 350 ਦੇ ਨੇੜੇ ਬੈੱਡਸ ਭਰੇ ਹੋਏ ਨੇ। ਤਾਂ ਜੇ ਸਥਿਤੀ ਕੇਸਿਸ ਵੱਧਦੇ ਨੇ, ਹਾਲਾਂਕਿ ਪ੍ਰਮਾਤਮਾ ਨਾ ਕਰੇ ਇਸ ਤਰੀਕੇ ਨਾਲ ਹੋਵੇ ਔਰ ਕੇਸਿਸ ਘਟ ਵੀ ਰਹੇ ਨੇ, ਜੇ ਕੇਸਿਸ ਵੱਧਦੇ ਨੇ ਤਾਂ ਉਸ ਦੇ ਲਈ ਕੀ ਇੰਤਜ਼ਾਮ ਤੁਹਾਡੇ ਕੋਲ ਹੈਗੇ ਨੇ? ਕਿਉਂਕਿ ਜੋ ਜਾਣਕਾਰੀ ਹੈ ਕਿ ਅਰਾਊਂਡ 350 ਦਾ ਬੈਡਸ ਆਲਰੇਡੀ ਭਰੇ ਹੋਏ। ਗੌਰਵ ਜੀ, ਆਈ ਜਸਟ ਵਾਂਟ ਟੂ ਬ੍ਰਿੰਗ ਇਟ ਟੂ ਯੂਰ ਕਾਈਂਡ ਨੋਟਿਸ ਕਿ ਸਾਡੇ ਕੋਟਕਪੂਰਾ ਦਾ ਜਿਹੜਾ ਸਬ ਡਿਵੀਜ਼ਨ ਹਸਪੀਟਲ ਹੈ, ਇਟ ਇਜ਼ ਵਨ ਆਫ ਦੀ ਬਿਗੇਸਟ ਹਸਪੀਟਲ। ਐਂਡ ਜੈਤੋਂ ਦੇ ਵਿੱਚ ਵੀ ਸਾਡੀ ਜੈਤੋਂ ਦੇ ਕਮਿਊਨਿਟੀ ਹੈਲਥ ਸੈਂਟਰ ਹੈ, CHC ਹੈ, ਬਾਜਾਖਾਨਾ ਦੇ ਵੀ ਸਾਡੇ ਕੋਲੇ CHC ਹੈ, ਸਾਦਿਕ ਦੇ ਵਿੱਚ ਹੈਗੀ ਹੈ। ਤੋ ਵੀ ਹੈਵ ਆਲਰੇਡੀ ਮੇਡ, ਜਿਹੜੇ ਸਾਡੇ ਬਾਜਾਖਾਨਾ, ਸਾਦਿਕ ਤੇ ਜਿਹੜੇ ਇਹਨਾਂ ਦੇ CHC ਤੇ ਜੈਤੋ ਸੀ, ਅਸੀਂ ਪਹਿਲਾਂ ਵੀ ਇੱਥੇ ਲੈਵਲ 2 ਫੈਸਿਲਿਟੀ ਬਣਾਈ ਹੋਈ ਸੀਗੀ। ਐਂਡ ਵੀ ਹੈਵ ਆਲਰੇਡੀ ਮੇਡ ਅਰੇਂਜਮੈਂਟ ਆਫ ਬੈਡਸ। ਅਗਰ ਜ਼ਰੂਰਤ ਪੈਣ ਤੇ ਅਸੀਂ ਉੱਥੇ ਜਿਹੜੀ ਹੈ L2 ਫੈਸਿਲਿਟੀ ਵੀ ਬਣਾ ਦੇਾਂਗੇ। ਬਟ ਸੋ ਫਾਰ ਸਾਡੇ ਕੋਲੇ ਵੀ ਹੈਵ ਸਫੀਸ਼ੀਐਂਟ ਕੈਪੈਸਿਟੀ ਆਫ ਬੈਡਸ and sufficient facility of L2 and L3 at the Faridkot। So that is why means ਸਾਡੇ ਸਾਰੇ ਪੇਸ਼ੈਂਟ ਅਸੀਂ ਫਰੀਦਕੋਟ ਲਿਆ ਰਹੇ ਹਾਂ। and Faridkot is one of the referral center। Faridkot is looking after the 7 or 8 districts। you will be surprised to know ਕਿ ਜਿਵੇਂ ਫਰੀਦਕੋਟ, ਫਿਰੋਜ਼ਪੁਰ, ਮੋਗਾ, ਬਠਿੰਡਾ, ਮਾਨਸਾ, ਮੁਕਤਸਰ, means Faridkot is surrounded by all these 7 or 8 districts। ਤੇ ਉੱਥੋਂ ਦੇ ਸਾਰੇ 7 to 8 ਜਿਹੜੇ ਰੈਫਰਲ ਪੇਸ਼ੈਂਟਸ ਵੀ ਸਾਡੇ ਕੋਲੇ ਆ ਰਹੇ ਆ। ਵੀ ਹੈਵ ਸਾਡੇ ਮੈਡੀਕਲ ਕਾਲਜ ਹੈ, ਮੈਡੀਕਲ ਕਾਲਜ ਦੇ ਵਿੱਚ ਸਾਡੇ ਕੋਲੇ ਸਪੈਸ਼ਲਾਈਜੇਸ਼ਨ ਹੈਗੀ ਹੈ। ਔਰ because of the good medical education and research, it being a good medical education research center, ਸਾਨੂੰ ਕਿਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ।
ਬਿਲਕੁਲ। ਹਾਂਜੀ ਹਾਂਜੀ ਜੀ ਸਰ, ਤੁਸੀਂ ਆਕਸੀਜਨ ਦਾ ਜ਼ਿਕਰ ਕੀਤਾ, ਆਪਣਾ ਪਲਾਂਟ ਉੱਥੇ ਹੈ ਤਾਂ ਘੱਟ ਦਿੱਕਤ ਆਈ ਹੈ, ਇਹ ਵੀ ਇਨਫੋਰਮੇਸ਼ਨ ਹੈ ਸਾਡੇ ਕੋਲ। ਪਿਛਲੇ ਕੁਝ ਬਿਲਕੁਲ। ਦਿਨਾਂ ਦੇ ਵਿੱਚ ਵੈਂਟੀਲੇਟਰ ਨੂੰ ਲੈ ਕੇ ਬੜੇ ਸਵਾਲ ਉੱਠੇ ਕਿ ਜਿਹੜੇ ਵੈਂਟੀਲੇਟਰਸ ਆਏ ਸੀ ਸੈਂਟਰ ਗਵਰਨਮੈਂਟ ਦੇ ਵੱਲੋਂ, ਉਹ 2-3 ਮਹੀਨੇ ਪਏ ਰਹੇ, ਉਹਦੇ ਉੱਪਰ ਸਿਆਸਤ ਵੀ ਹੋਈ। ਮੈਂ ਉਸ ਪੁਆਇੰਟ ਦੇ ਉੱਤੇ ਨਹੀਂ ਜਾਣਾ ਚਾਹਾਂਗਾ, ਪਰ ਫਿਰ ਵੀ ਲੋਕ ਜਾਣਨਾ ਚਾਹੁੰਦੇ ਹੋਣਗੇ ਕਿ ਵੈਂਟੀਲੇਟਰਸ ਨੂੰ ਲੈ ਕੇ ਕੀ ਸਥਿਤੀ ਹੈ, ਕਿ ਜਿੰਨੇ ਵੈਂਟੀਲੇਟਰਸ ਇਸ ਸਮੇਂ ਮੌਜੂਦ ਨੇ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਸਾਰੇ ਵਰਕਿੰਗ ਨੇ, ਔਰ ਜਿਹੜੇ 2-3 ਮਹੀਨੇ ਕਿਹਾ ਜਾ ਰਿਹਾ ਕਿ ਪਏ ਰਹੇ ਉਹਨਾਂ ਨੂੰ ਦੇ ਵੱਲ ਧਿਆਨ ਨਹੀਂ ਦਿੱਤਾ ਗਿਆ, ਇਸ ਦੇ ਪਿੱਛੇ ਕੀ ਵਜ੍ਹਾ ਰਹੀ, ਜੇਕਰ ਦੱਸ ਸਕੋ। I have discussed the entire situation with the medical college ਫਰੀਦਕੋਟ। ਸਾਡੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਹੈ, ਉਹਦੇ ਮੈਡੀਕਲ ਸੁਪਰਡੈਂਟ ਨਾਲ ਮੇਰੀ ਮੀਟਿੰਗ ਹੋ ਗਈ ਹੈ ਤੇ ਰਜਿਸਟਰਾਰ ਵਾਈਸ ਚਾਂਸਲਰ ਨਾਲ ਵੀ ਮੀਟਿੰਗਸ ਹੋ ਚੁੱਕੀਆਂ ਹੈ। ਐਂਡ ਆਈ ਹੈਵ ਬੀਨ ਅਸ਼ੋਰਡ, ਰਾਦਰ ਆਈ ਹੈਵ ਸੀਨ ਕਿ ਨਾਓ ਆਲ ਦਾ ਵੈਂਟੀਲੇਟਰਸ ਆਰ ਵਰਕਿੰਗ। ਐਂਡ ਤੁਸੀਂ ਹੈਰਾਨ ਹੋਵੋਗੇ ਕਿ ਸਾਡੇ ਜਿਹੜੇ ਮੈਡੀਕਲ ਕਾਲਜ ਦੇ ਵਿੱਚ ਰਾਦਰ ਇੱਥੋਂ ਤੱਕ ਵੀ ਅੱਗੇ ਚਲੇ ਗਏ ਹੈ ਕਿ ਇਲੈਕਟਿਵ ਸਰਜਰੀਜ਼ ਨੂੰ ਬੰਦ ਕਰ ਦਿੱਤੀਆਂ ਗਈਆਂ, ਸੋ ਦੈਟ ਕਿ ਸਾਰੇ ਜਿਹੜੇ ਕੋਰੋਨਾ ਪੋਜ਼ਿਟਿਵ ਪੇਸ਼ੈਂਟਸ ਜਿਹੜੇ ਬਾਕੀ ਹਾਫ ਆਫ ਦੀ ਸਟੇਟ ਤੋਂ ਸਾਡੇ ਜ਼ਿਲ੍ਹੇ ਵਿੱਚ ਆ ਰਹੇ ਹੈ, ਉਹਨਾਂ ਨੂੰ ਧਿਆਨ ਦਿੱਤਾ ਜਾ ਸਕੇ। ਐਂਡ ਜਿਹੜੀ ਸਾਡੀ ਲੈਬੋਰਟਰੀ ਹੈ ਇੱਥੇ, ਮਾਈਕਰੋਬਾਇਓਲੋਜੀ ਡਿਪਾਰਟਮੈਂਟ ਹੈ, ਦੈਟ ਇਜ਼ ਆਲਸੋ ਵਰਕਿੰਗ ਡੇ ਐਂਡ ਨਾਈਟ ਟੂ ਪ੍ਰੋਵਾਈਡ ਦਾ ਇਮੀਡੀਏਟ ਰਿਜ਼ਲਟਸ ਆਫ ਦਾ ਸੈਂਪਲਿੰਗ। So far everything is under control, everything is going on smooth, so means it is a matter of record and it is a matter of fact also। ਜੀ ਸਰ, ਬਲੈਕ ਫੰਗਸ ਦੇ ਲਈ ਕੋਈ ਸਪੈਸੀਫਿਕਲੀ ਤੁਸੀਂ ਇਨਸਟਰਕਸ਼ਨਸ ਦਿੱਤੀਆਂ ਹੁਣ ਮੈਡੀਕਲ ਡਿਪਾਰਟਮੈਂਟ ਹਮਾਰੀ ਐਲਾਨ ਦਿੱਤਾ ਹੈ ਬਲੈਕ ਫੰਗਸ ਨੂੰ, ਔਰ ਕੋਈ ਅਲੱਗ ਤੋਂ ਕੋਈ ਇੰਤਜ਼ਾਮ ਉੱਥੇ ਕਰਨ ਦੀ ਜ਼ਰੂਰਤ ਹੋਵੇ, ਕਿਉਂਕਿ ਮੁਕਤਸਰ ਤੋਂ ਵੀ ਲੋਕ ਆਉਂਦੇ ਨੇ ਫਰੀਦਕੋਟ, ਔਰ ਮੁਕਤਸਰ ਦੇ ਵਿੱਚ ਤਾਂ ਬਲੈਕ ਫੰਗਸ ਦੇ ਕੁਝ ਕੇਸਿਸ ਆਏ ਨੇ, ਇਨਫੈਕਟ ਇੱਕ ਡੈਥ ਵੀ ਰਿਪੋਰਟ ਕੀਤੀ ਗਈ ਹੈ ਮੁਕਤਸਰ ਡਿਸਟ੍ਰਿਕਟ ਦੇ ਵਿੱਚ। ਬਲੈਕ ਫੰਗਸ ਦੇ ਵਿੱਚ ਅਸੀਂ ਮੈਡੀਕਲ ਕਾਲਜ ਦੇ ਵਿੱਚ ਅਸੀਂ ਸੈਪਰੇਟ ਵਾਰਡ ਬਣਾ ਦਿੱਤਾ ਹੈ, ਔਰ ਇਸ ਤੋਂ ਇਲਾਵਾ ਵੀ ਹੈਵ ਆਲਸੋ ਮੇਡ ਅਰੇਂਜਮੈਂਟ ਫਾਰ ਦਾ ਮੈਡੀਸਿਨਸ ਐਂਡ ਆਲ ਆਫ ਯੂ ਨੋ ਦੈਟ ਕਿ ਇਟ ਇਜ਼ ਆਲਸੋ ਐਨ ਐਪੀਡੈਮਿਕ, ਇਹ ਵੀ ਐਪੀਡੈਮਿਕ ਹੈ। ਤਾਂ ਇਸ ਲਈ ਸਾਡੀਆਂ ਸਾਰੀਆਂ ਤਿਆਰੀਆਂ ਸਾਰੇ ਸਾਡੇ ਮੈਡੀਕਲ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ, ਸਾਡੇ ਸਿਵਲ ਹਸਪੀਟਲ ਵਿੱਚ ਵੀ ਅਸੀਂ ਬਲੈਕ ਫੰਗਸ ਦੇ ਜੋ ਇਲਾਜ ਦੇ ਲਈ ਪੂਰੀ ਤਰ੍ਹਾਂ ਤਿਆਰੀ ਕੀਤੀ ਜਾ ਚੁੱਕੀ ਹੈ ਉਸ ਦੇ ਲਈ। ਜੀ ਸਰ, ਇੱਕ ਵੈਕਸੀਨ 18 ਤੋਂ 44 ਸਾਲ ਦੇ ਲੋਕਾਂ ਦੇ ਲਈ, ਫਰੀਦਕੋਟ ਦੇ ਲੋਕਾਂ ਦੇ ਲਈ ਕਦੋਂ ਅਵੇਲੇਬਲ ਹੋਏਗੀ, ਆਮ ਲੋਕ ਕਦੋਂ ਲਗਵਾ ਸਕਣਗੇ? ਦੇਖੋ, ਵੈਕਸੀਨ ਜਿਹੜੀ 18 ਤੋਂ 44 ਲਈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 3 ਤਰ੍ਹਾਂ ਦੀ ਕੈਟਾਗਰੀ ਲਈ ਆਲਰੇਡੀ ਚੱਲ ਰਹੀ ਹੈ, ਕਿ ਜਿਵੇਂ ਇੱਕ ਤਾਂ ਜਿਹੜੇ ਸਾਡੇ ਹੈਗੇ ਹੈ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਸ ਵੈਲਫੇਅਰ ਬੋਰਡ ਹੈ, BOCW ਬੋਰਡ ਕਹਿੰਦੇ ਲੇਬਰ ਡਿਪਾਰਟਮੈਂਟ ਦਾ, ਉਸ ਦੇ ਵਿੱਚ ਹਰ ਕਿਰਤੀ ਦੀ ਉਸ ਦੇ ਵਿੱਚ ਰਜਿਸਟ੍ਰੇਸ਼ਨ, ਜਿਹੜਾ ਵੀ ਕੋਈ ਲੇਬਰ ਡਿਪਾਰਟਮੈਂਟ ਦਾ ਰਜਿਸਟਰਡ ਵਰਕਰ ਹੈ ਉਹ ਉਸ 'ਤੇ ਵੈਕਸੀਨ ਲਗਵਾ ਸਕਦਾ ਹੈ। ਸੈਕੰਡਲੀ ਉਹਨਾਂ ਦੇ ਫੈਮਿਲੀ ਮੈਂਬਰ ਵੀ ਲਗਵਾ ਸਕਦੇ ਹੈ। ਐਂਡ ਥਰਡਲੀ ਜਿਹੜੇ ਸੀਗੇ 18 ਤੋਂ 44 ਵਾਲੇ ਜਿਹੜੇ ਕੋਈ ਕੋਮੋਰਬਿਡ ਬੱਚੇ ਜਾਂ ਕੋਮੋਰਬਿਡ ਵਿਅਕਤੀ ਹੈ ਉਹ ਵੀ ਇਸ ਦੇ ਵਿੱਚ ਲਗਵਾ ਸਕਦੇ ਹੈ। ਔਰ ਮੈਨੂੰ ਉਮੀਦ ਹੈ ਕਿ ਔਰ ਇਸ 'ਚ ਮੈਂ ਦੱਸਣਾ ਚਾਹੁੰਦਾ ਖਾਸ ਕਰਕੇ ਕਿ ਫਰੀਦਕੋਟ is one of those districts which is doing wonderfully good in this 18 to 44 category. Our daily vaccination targets are being achieved, ਅਸੀਂ ਅਚੀਵ ਕਰ ਰਹੇ ਹਾਂ, ਔਰ ਮੈਨੂੰ ਉਮੀਦ ਹੈ ਕਿ ਬੜੀ ਜਲਦੀ ਅਸੀਂ ਇਸ 'ਤੇ ਮੇਬੀ ਬਾਏ ਨੈਕਸਟ ਮੰਥ ਤੱਕ ਇਟ ਸ਼ੁੱਡ ਹੋਪਫੁਲੀ ਐਵਰੀਥਿੰਗ ਸ਼ੁੱਡ ਬੀ ਓਕੇ, ਸਭ ਕੁਝ ਹੋਣਾ ਚਾਹੀਦਾ ਨੈਕਸਟ ਮੰਥ। ਜੀ ਹੋਪਫੁਲੀ ਸਰ ਸਭ ਆਲ ਇਜ਼ ਵੈਲ ਹੀ ਰਹੇ। ਇੱਕ ਤੁਸੀਂ 2 ਦਿਨ ਪਹਿਲਾਂ ਜੋ ਮੇਰੇ ਕੋਲ ਇਨਫੋਰਮੇਸ਼ਨ ਹੈ ਕਿ ਸਰਪੰਚਾਂ ਦੇ ਨਾਲ ਮੁਲਾਕਾਤ ਕੀਤੀ ਹੈ, ਮੀਟਿੰਗਸ ਕੀਤੀਆਂ, ਵੈਕਸੀਨੇਸ਼ਨ ਡਰਾਈਵ ਕਿਵੇਂ ਜੀ, ਵੈਕਸੀਨੇਸ਼ਨ ਡਰਾਈਵ ਪਿੰਡਾਂ ਦੇ ਵਿੱਚ ਕਿਵੇਂ ਅੱਗੇ ਵਧੇ, ਉਸ ਦੇ ਲਈ ਤੁਸੀਂ ਕੀ ਕਦਮ ਚੁੱਕ ਰਹੇ ਹੋ? ਔਰ ਦੂਜਾ ਕਿ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਕਰੋਨਾ ਫੈਲਿਆ ਪਿਛਲੇ ਕੁਝ ਦਿਨਾਂ ਦੇ ਵਿੱਚ, ਲਗਾਤਾਰ ਇਨਫੋਰਮੇਸ਼ਨ ਆਈ ਹੈ ਕਿ ਲੋਕ ਟੈਸਟ ਕਰਵਾਉਣ ਜਾਂ ਹਸਪੀਟਲ ਤੱਕ ਆਉਣ, ਉਸ ਦੇ ਲਈ ਕੀ ਕੁਝ ਕਰ ਰਿਹਾ ਫਰੀਦਕੋਟ ਐਡਮਿਨਿਸਟ੍ਰੇਸ਼ਨ? ਮੈਂ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਸਾਡੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ 172 ਦੇ ਕਰੀਬ ਪਿੰਡ ਹੈ, 243 ਦੇ ਕਰੀਬ ਗ੍ਰਾਮ ਪੰਚਾਇਤਾਂ। ਇਹ ਜਿਹੜੀਆਂ ਸਾਰੇ ਰੂਰਲ ਏਰੀਆ ਨੂੰ ਮੈਂ 27 ਬਲਾਕ ਦੇ ਵਿੱਚ ਵੰਡ ਦਿੱਤਾ, 27 ਕੋਵਿਡ ਜ਼ੋਨ ਦੇ ਵਿੱਚ ਵੰਡ ਦਿੱਤਾ। ਉਹ 27 ਜਿਹੜੇ ਕੋਵਿਡ ਜ਼ੋਨ ਹੈ ਦੇ ਆਰ ਹੈਡਡ ਬਾਏ 27 ਮੈਜਿਸਟ੍ਰੇਟ ਵੀ ਡਿਸਟ੍ਰਿਕਟ ਲੈਵਲ ਦਾ ਅਫੀਸਰ ਹੈ, ਜਿਵੇਂ ਫਾਰ ਐਗਜ਼ਾਮਪਲ AETC ਐਕਸਾਈਜ਼ ਹੋ ਗਿਆ, AETC GST ਹੋ ਗਿਆ, RTA ਹੋ ਗਿਆ, DFSC ਹੋ ਗਿਆ, GMDAC ਹੋ ਗਿਆ। ਸੋ ਆਲ ਦੀਜ਼ ਅਫੀਸਰਸ ਦੇ ਹੈਵ ਬੀਨ ਅਸਾਈਨਡ ਦਾ ਟਾਸਕ ਆਫ ਕੋਵਿਡ ਮੈਜਿਸਟ੍ਰੇਟਸ। ਇਹ ਸਾਰੇ ਜਿਹੜੇ ਹੈਗੇ ਆ ਇਹਨਾਂ ਨੇ ਆਪਦੇ ਪਿੰਡਾਂ ਦੇ ਵਿੱਚ ਵਿਜ਼ਿਟ ਕਰਕੇ ਇੱਕ ਗਰੁੱਪ ਬਣਾ ਲਏ ਆ,
ਜਿਹੜੇ ਕੋਵਿਡ ਕੰਟਰੋਲ ਗਰੁੱਪ, ਜਿਹਨੂੰ ਕੋਵਿਡ ਮੋਨੀਟਰ ਗਰੁੱਪ ਕਹਿੰਦੇ ਆ ਅਸੀਂ, ਉਸ ਗਰੁੱਪ ਦੇ ਵਿੱਚ ਜਿਵੇਂ ਲੋਕਲ ਗ੍ਰਾਮ ਪੰਚਾਇਤ ਹੋ ਗਈ, ਲੰਬੜਦਾਰ ਹੋ ਗਿਆ, ਦੈਨ ਉਸ ਤੋਂ ਇਲਾਵਾ ਪੰਚਾਇਤ ਸੈਕਟਰੀ ਹੋ ਗਿਆ, ਇਹਨਾਂ ਨੂੰ ਅਸੀਂ ਵਿੱਚ ਪਾ ਲਿਆ ਸੋ ਦੈਟ ਇਮੀਡੀਏਟਲੀ ਕੋਈ ਕੋਵਿਡ ਪੇਸ਼ੈਂਟ ਰਿਪੋਰਟ ਹੁੰਦਾ ਹੈ ਉਹ ਸਾਨੂੰ ਪਤਾ ਲੱਗ ਜਾਵੇ, ਨੰਬਰ 1। ਸੈਕੰਡਲੀ ਜਿਹੜਾ ਹੈਗਾ ਕਿ ਇਹ ਜਿਹੜੇ ਆਪਣੇ ਡੇਲੀ ਜਿਵੇਂ ਸਵੇਰੇ ਗੁਰਦੁਆਰੇ ਦੇ ਵਿੱਚ ਸਭ ਤੋਂ ਪਹਿਲਾਂ ਮਰਿਆਦੀ ਕਰਾਈ ਜਾਂਦੀ ਹੈ। ਮਰਿਆਦੀ ਕਰਾਉਣ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਸਾਡੀ ਜਿਹੜੀ ਅੱਜ ਸੈਂਪਲਿੰਗ ਦੀ ਟੀਮ ਆਣੀ ਹੈ, ਸੈਂਪਲਿੰਗ ਦੀ ਟੀਮ ਨੂੰ ਕੋਆਪਰੇਟ ਕੀਤਾ ਜਾਵੇ। ਜਿਹੜੀ ਵੈਕਸੀਨੇਸ਼ਨ ਦੇ ਬਾਰੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਵੈਕਸੀਨੇਸ਼ਨ ਲਗਵਾਈ ਜਾਵੇ। ਬਿਸਾਈਡਸ ਦੈਟ ਅਸੀਂ ਹਰੇਕ ਗ੍ਰਾਮ ਪੰਚਾਇਤ ਨੂੰ ਇਹ ਵੀ ਕਹਿ ਦਿੱਤਾ ਕਿ ਜਿਹੜੀ ਗ੍ਰਾਮ ਪੰਚਾਇਤ 100% ਵੈਕਸੀਨੇਸ਼ਨ ਕਰਵਾ ਲੇਗੀ ਉਸ ਨੂੰ ਸਰਕਾਰ ਵੱਲੋਂ ਸਨਮਾਨਿਤ ਵੀ ਕੀਤਾ ਜਾਵੇਗਾ। ਔਰ ਮੈਂ ਤੁਹਾਨੂੰ ਬੜੇ ਮਾਣ ਨਾਲ ਦੱਸਣਾ ਚਾਹੂੰਗਾ ਕਿ ਸਾਡੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ 2 ਗ੍ਰਾਮ ਪੰਚਾਇਤਾਂ ਐਸੀਆਂ ਹੈਗੀਆਂ ਜਿਹੜੀਆਂ ਕੱਲ ਤੱਕ 100% ਵੈਕਸੀਨੇਸ਼ਨ ਕਰਾ ਸਕਦੀਆਂ। ਅਸੀਂ ਵੈਰੀ ਸੂਨ ਅਸੀਂ ਤੁਹਾਡੇ ਚੈਨਲ ਰਾਹੀਂ ਵੀ ਦੇਵਾਂਗੇ ਕਿ ਸਾਡੇ 2 ਗ੍ਰਾਮ ਪੰਚਾਇਤਾਂ 100% ਕੰਪਲੀਟ ਹੋ ਗਈਆਂ। ਐਂਡ IEC ਕੰਪੇਨ ਜਿਹੜਾ ਸਾਡਾ ਹੈ, ਇੱਕ ਇਨਫੋਰਮੇਸ਼ਨ ਐਜੂਕੇਸ਼ਨ ਜਿਹੜੀ ਕੰਪੇਨਿੰਗ ਹੈ ਉਹ ਵੀ ਕੀਤੀ ਜਾ ਰਹੀ ਹੈ। ਉਸ ਦੇ ਵਿੱਚ ਹਰੇਕ ਪਿੰਡਾਂ ਦੇ ਵਿੱਚ ਜਿਵੇਂ ਸਭ ਤੋਂ ਪਹਿਲਾਂ ਤਾਂ ਅਸੀਂ ਫਲੈਕਸ ਲਗਵਾਏ, ਸਰਪੰਚਾਂ ਨੂੰ ਮੋਟੀਵੇਟ ਕੀਤਾ। ਸਰਪੰਚ ਅੱਗੇ ਵੱਧ ਕੇ ਆ ਰਹੇ ਆ ਕਿ ਜਿਹੜੇ ਤੁਹਾਡੇ ਪਿੰਡਾਂ ਦੇ ਵਿੱਚ ਫਲੈਕਸ ਲੱਗ ਜਾਣ, ਫਲੈਕਸ ਦੇ ਵਿੱਚ ਸਾਰੇ ਜਿਹੜੇ ਕੋਵਿਡ ਅਪਰੋਪਰੀਏਟ ਬਿਹੇਵੀਅਰ ਹੈ ਉਹ ਸਾਰੇ ਲੋਕਾਂ ਨੂੰ ਦੱਸਿਆ ਜਾਵੇ। ਬਿਸਾਈਡਸ ਇੱਕ ਸਾਡੇ ਜਿਹੜੀ ਰੈਪਿਡ ਰਿਸਪੌਂਸ ਟੀਮ ਹੈ, RRT ਟੀਮ ਅਸੀਂ ਉਸ ਨੂੰ ਕਹਿੰਦੇ ਆ, ਜਿਸ ਦੇ ਵਿੱਚ ਆਸ਼ਾ ਵਰਕਰ ਹੁੰਦਾ ਹੈ, ਆਂਗਨਵਾੜੀ ਵਰਕਰ ਹੁੰਦਾ ਹੈ। ਉਹ ਜਿਹੜੇ ਆਸ਼ਾ ਵਰਕਰ ਦੇ ਆਰ ਮੈਡੀਕਲੀ ਟ੍ਰੇਨਡ ਪੈਰਾਮੈਡੀਕਲ ਸਟਾਫ। ਉਹ ਜਿਹੜਾ ਕੋਈ ਹੋਮ ਆਈਸੋਲੇਟਡ ਪੇਸ਼ੈਂਟ ਹੈ ਉਹਨਾਂ ਦੇ ਕੋਲੇ ਪਿੰਡਾਂ ਦੇ ਵਿੱਚ ਜਾਂਦਾ ਹੈ ਔਰ ਉਹਨਾਂ ਨੂੰ ਜਾ ਕੇ ਸਮਝਾਉਂਦਾ ਹੈ, ਉਹਨਾਂ ਦੀ ਰਿਪੋਰਟਿੰਗ ਵੀ ਕਰਦਾ ਹੈ। ਉਹਨਾਂ ਦੀ ਜਿਹੜੀ ਡੇ ਟੂ ਡੇ ਬੇਸਿਸ ਦੇ ਉੱਪਰ ਸਪੋਜ਼ ਫਾਰ ਐਗਜ਼ਾਮਪਲ ਅਸੀਂ ਆਈਦਰ ਥਰੂ ਟੈਲੀ ਕਾਨਫਰੈਂਸਿੰਗ ਵੀ ਮੋਨੀਟਰਿੰਗ ਕਰਦੇ ਹਾਂ ਔਰ ਉਹਨਾਂ ਦੀ ਜਿਹੜੀ ਸਥਿਤੀ ਹੈ, ਜਿਵੇਂ ਕਿ ਸਵੇਰੇ ਉਹਨਾਂ ਦੀ ਕੀ ਆਕਸੀਜਨ ਸੈਚੂਰੇਸ਼ਨ ਸੀ, ਟੈਂਪਰੇਚਰ ਦੀ ਕੀ ਪੋਜੀਸ਼ਨ ਸੀਗੀ, ਉਹ ਵੀ ਅਸੀਂ ਦੇਖਦੇ ਹਾਂ। ਔਰ ਜਿਹੜੀਆਂ ਲੋਕ ਸਾਂਝੇਦਾਰੀ ਕਮੇਟੀਆਂ ਹੈ ਉਹ ਡੇ ਟੂ ਡੇ ਬੇਸਿਸ ਦੇ ਉੱਪਰ ਉਹਨਾਂ ਦੀ ਮੋਨੀਟਰਿੰਗ ਕਰ ਰਹੀਆਂ। ਔਰ ਜਿਸ ਦਾ ਕਿ ਸਾਨੂੰ ਬਹੁਤ ਜ਼ਿਆਦਾ ਮੀਨਸ ਫਰੀਦਕੋਟ ਅਨਫੋਰਚੂਨੇਟਲੀ ਜਿਹੜੇ ਫਰੀਦਕੋਟ ਦੇ ਆਸੇ-ਪਾਸੇ 7 or 8 ਡਿਸਟ੍ਰਿਕਟਸ ਹੈ, ਥੋੜਾ ਜਿਹਾ ਉਹਨਾਂ ਨਾਲੋਂ ਫਰੀਦਕੋਟ ਇਜ਼ ਐਟ ਵੈਰੀ ਮੱਚ ਦੀ ਸੇਫਰ ਪੋਜੀਸ਼ਨ, ਨੰਬਰ 1। Number 2, it is providing all types of medical help to the neighboring hood districts also. You can imagine means कि and उस help तो देने तो बावजूद भी the declining trend shows the recovery कि साडे जिले दे विच recovery चल रही है। So हुण असी जिहड़ा मिशन जिहड़ा साडा जिहड़ा next mission है कि विलेज कोरोना फ्री विलेज लैके जावांगे कि किवें पिंडां नूं कोरोना तो मुक्त कीता जावे। और मैं कह सकदा कि हो सकदा कि ये कोई वड्डी गल नहीं होएगी कि फरीदकोट जिला सब तो पहला कोरोना मुक्त हो जाए। इस कोई वड्डी गल भी नहीं होएगी जे इस तरह हो भी जाएगा तो। ठीक है सर, मैं आखिर दे विच थोड़ा जिहा लाइटर मोड दे विच आवां, बहुत सारियां चीज़ां तुहाडे नाल गल होगी। सवाल हुण ये है कि बड़ा पोलिटिकली एक्टिव डिस्ट्रिक्ट है फरीदकोट। हाँ जी, हाँ जी। पोलिटिकल लोकां दे नाल किवें तुसीं तालमेल बिठाने हो, क्योंकि बहुत सारे फोन आते होंगे, उम्मीद है आम तौर पर फोन जाते हैं, किमें ये पूरा हैंडल करते हो ये चीज़ां? मैं सीधे शब्दों पूछा कि पोलिटिकल प्रैशर होंदा बहुत सारिया चीज़ों के, खास तौर पर इस करोना महामारी के दौरान, इस काल के दौरान, क्राइसिस के दौरान? देखो साडे नो डाउट के जो पोलिटिकल सिस्टम है वो चलता है, बट I am the servant of the people. DC is the servant of the people. We are the civil servants. First of all, our cause is service to the people, welfare of the people. We have to maintain neutrality. We have to maintain impartiality. We have to provide justice, and at the same time, we have to create a good atmosphere. एक goodwill gesture ਦੇ ਰਾਹੀਂ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲੀਦਾ ਹੈ। ਮਾਈ ਐਮਫੈਸਿਸ, ਮਾਈ ਟਾਰਗੇਟ ਇਜ਼ ਟੂ ਟੇਕ ਆਲ ਅਲੋਂਗ। ਸੋ ਔਰ ਮੈਂ ਤੁਹਾਡੇ ਚੈਨਲ ਰਾਹੀਂ ਇਹ ਵੀ ਦੱਸਣਾ ਚਾਹਨਾ ਕਿ ਹਾਲੇ ਤੱਕ ਸਾਨੂੰ ਸਾਰੇ ਪੋਲੀਟੀਕਲ ਆਰਗੇਨਾਈਜੇਸ਼ਨਸ, ਸੋਸ਼ਲ ਆਰਗੇਨਾਈਜੇਸ਼ਨਸ, ਰਿਲੀਜੀਅਸ ਆਰਗੇਨਾਈਜੇਸ਼ਨਸ, NGOs ਦਾ ਪੂਰਾ ਸਹਿਯੋਗ ਮਿਲ ਰਿਹਾ ਹੈ। ਔਰ ਹਾਲਾਂਕਿ ਇੱਥੋਂ ਦੀਆਂ NGOs ਵੀ ਬੜੀਆਂ ਐਕਟਿਵ ਹੈ, ਰਾਦਰ ਹਾਈਪਰ ਐਕਟਿਵ ਹੈ। ਸੋ ਅਸੀਂ ਉਹਨਾਂ ਨੂੰ ਨਾਲ ਲੈ ਕੇ ਹੀ ਚੱਲੀਦਾ। इस कोई मतलब दो राय नहीं, लेकिन मैं मतलब कि सारे पॉलिटिकल मीन्स वी आर वन,
At this moment, entire district is one. We are here to serve the people, and we have to win this war. ਅਸੀਂ ਇਹ ਜਿਹੜੀ ਕਰੋਨਾ ਦੀ ਜੰਗ ਹੈ ਜੀ ਔਰ ਜਿੱਤਾਂਗੇ, ਜ਼ਰੂਰ ਜਿੱਤਾਂਗੇ। ਵੀ ਆਰ ਵੈਰੀ ਵੈਰੀ ਕਲੋਜ਼ ਟੂ ਦਾ ਵਿਕਟਰੀ। ਬਟ ਮੈਂ ਦੋ ਚੀਜ਼ਾਂ ਲੋਕਾਂ ਤੋਂ ਬਸ ਇਹੀ ਐਕਸਪੈਕਟ ਕਰਦਾ ਕਿ ਲੋਕ ਸਾਨੂੰ 15 ਦਿਨ ਹੋਰ ਸਾਥ ਦੇਣ। ਵੀ ਹੈਵ ਡਨ ਬੈਸਟ ਫਾਰ ਦੀ ਪੀਪਲ, best for the patients, not of our district, of other districts, and at the same time maybe some of the people they have also come from other states. ਅਸੀਂ ਸਾਰਿਆਂ ਵਾਸਤੇ ਬਹੁਤ ਕੁਝ ਕੀਤਾ, ਪਰ ਲੋਕਾਂ ਦੇ ਸਹਿਯੋਗ ਦੀ ਲੋੜ ਹੈ। ਪਲੱਸ ਜਿਹੜੀਆਂ NGOs ਪਲੱਸ ਜਿਹੜੇ ਪ੍ਰਾਈਵੇਟ ਡਾਕਟਰਸ ਹੈ ਉਹਨਾਂ ਨੂੰ ਮੈਂ ਫਿਰ ਮਤਲਬ ਕਿ ਤੁਸੀਂ ਇਹ ਕਹਿ ਲਓ ਵਾਰਨਿੰਗ ਸਮਝ ਲਓ, ਮੇਰੀ ਬੇਨਤੀ ਸਮਝ ਲਓ ਹੱਥ ਜੋੜ ਕੇ ਕਿ ਸਾਰੇ ਜਿਹੜੇ ਪ੍ਰਾਈਵੇਟ ਡਾਕਟਰਸ ਹੈ ਅੱਜ ਆਪਣੇ ਆਪ ਨੂੰ ਇੱਕ ਕਮਰਸ਼ੀਅਲ ਡਾਕਟਰ ਨਾ ਸਮਝਣ। ਅੱਜ ਉਹ ਸਮਝਣ ਕਿ ਉਹਨਾਂ ਨੇ ਅਗਾਂਹ ਵੱਧ ਕੇ ਮੈਕਸਿਮਮ ਕੰਟਰੀਬਿਊਟ ਕਰਨਾ ਹੈ ਕਿ ਕਿਸ ਤਰੀਕੇ ਨਾਲ ਜਿਹੜੇ ਸਾਡੇ ਫਰੀਦਕੋਟ ਜ਼ਿਲ੍ਹੇ ਦੇ ਆਮ ਬੰਦੇ ਨੂੰ ਅਸੀਂ ਕਿਸ ਤਰੀਕੇ ਨਾਲ ਮੈਕਸਿਮਮ ਬੈਸਟ ਹੈਲਥ ਕੇਅਰ ਪ੍ਰੋਵਾਈਡ ਕਰ ਸਕੀਏ। ਈਵਨ ਕਿ ਇੱਕ ਡਾਕਟਰ ਵੱਲੋਂ ਛੋਟੀ ਤੋਂ ਛੋਟੀ ਦਿੱਤੀ ਗਈ ਹੈਲਪ ਵੀ ਪੇਸ਼ੈਂਟ ਦੀ ਰਿਕਵਰੀ ਦੇ ਵਿੱਚ ਇੱਕ ਬਹੁਤ ਵੱਡਾ ਮੀਲ ਪੱਥਰ ਸਾਬਤ ਹੋ ਸਕਦੀ ਹੈ। ਜੀ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਤੁਸੀਂ ਪ੍ਰਾਈਵੇਟ ਹਸਪੀਟਲਸ ਬਾਰੇ ਖੁਦ ਹੀ ਸਾਰੀ ਗੱਲ ਕਹਿ ਦਿੱਤੀ ਕਿ ਬਹੁਤ ਸਾਰੇ ਲੋਕ ਪ੍ਰਾਈਵੇਟ ਹਸਪੀਟਲਸ ਨੂੰ ਲੈ ਕੇ ਵੀ ਦਿੱਕਤ ਮਹਿਸੂਸ ਕਰ ਰਹੇ ਨੇ, ਪਰ ਉਮੀਦ ਹੈ ਕਿ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਜੇਕਰ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਖਾਸ ਤੌਰ ਤੇ ਪ੍ਰਾਈਵੇਟ ਹਸਪੀਟਲਸ ਨੂੰ ਲੈ ਕੇ, ਉਹ ਤੁਹਾਡੇ ਨਾਲ ਜ਼ਰੂਰ ਜਾਂ ਤੁਹਾਡੇ ਜਿਹੜੇ ਨੁਮਾਇੰਦੇ ਨੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਹੋਰ ਲੋਕ ਨੇ ਉਹਨਾਂ ਤੱਕ ਜ਼ਰੂਰ ਪਹੁੰਚ ਕਰਨਗੇ ਤਾਂ ਕਿ ਕੋਈ ਦਿੱਕਤ ਨਾ ਆਵੇ। ਔਰ ਉਮੀਦ ਕਰਦੇ ਹਾਂ ਕਿ ਪ੍ਰਾਈਵੇਟ ਹਸਪੀਟਲਸ ਖਾਸ ਤੌਰ ਤੇ ਤੁਹਾਡੀ ਜ਼ਰੂਰ ਜਿਹੜੀ ਇਹ ਸਲਾਹ ਜਾਂ ਨਸੀਹਤ ਹੈ ਉਸ ਦੇ ਵੱਲ ਧਿਆਨ ਦੇਣਗੇ। ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ। ਅਸੀਂ ਸਾਰੇ ਜਾਣਦੇ ਹਾਂ ਕਿ ਬਹੁਤ ਇਸ ਸਮੇਂ ਤੁਸੀਂ ਖੁਦ ਪ੍ਰੈਸ਼ਰਸ ਦੇ ਵਿੱਚ ਕੰਮ ਕਰ ਰਹੇ ਹੋ ਅਤੇ ਇਸ ਵਿਚਾਲੇ ਤੁਸੀਂ ਟਾਈਮ ਕੱਢਿਆ ਨਿਊਜ਼ 18 ਦੇ ਇਸ ਮੰਚ ਦੇ ਲਈ। ਬਹੁਤ ਬਹੁਤ ਧੰਨਵਾਦ ਸਰ।